ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਭ ਦਾ ਸਾਡੇ ਇਸ YouTube ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਤੇ ਅੱਜ ਅਸੀਂ ਇਸ ਲੈਸਨ ਦੇ ਵਿੱਚ ਪੋਲਰ ਰਿਪਰੈਜ਼ੈਂਟੇਸ਼ਨ ਆਫ ਅ ਕੰਪਲੈਕਸ ਨੰਬਰ ਕਰਨ ਜਾ ਰਹੇ ਹਾਂ। ਤੇ ਇਸ ਚੈਪਟਰ ਦੇ ਰਿਲੇਟਡ ਅਗਰ ਤੁਸੀਂ ਪਿਛਲੀਆਂ ਵੀਡੀਓਜ਼ ਦੇਖਣੀਆਂ ਨੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਨੇ, ਉੱਥੋਂ ਤੁਸੀਂ ਸਾਡੀਆਂ ਪਿਛਲੀਆਂ ਵੀਡੀਓਜ਼ ਦੇਖ ਸਕਦੇ ਹੋ। ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਤਾਂ ਪੋਲਰ ਰਿਪਰੈਜ਼ੈਂਟੇਸ਼ਨ ਆਫ ਅ ਕੰਪਲੈਕਸ ਨੰਬਰ ਦੇ ਵਿੱਚ ਕੀ ਹੈ ਕਿ ਆਪਾਂ ਆਪਦੇ ਕੋਲੋਂ ਇੱਕ ਕੰਪਲੈਕਸ ਨੰਬਰ ਲੈਟ ਕਰ ਲਾਂਗੇ। Let x plus iota y is any complex number ਤੇ ਇਸ ਕੰਪਲੈਕਸ ਨੰਬਰ ਨੂੰ ਆਪਾਂ ਪਲੇਨ ਦੇ ਵਿੱਚ p ਪੁਆਇੰਟ ਨਾਲ ਰਿਪਰੈਜ਼ੈਂਟ ਕਰਾਂਗੇ। ਅਗਰ ਇੱਥੇ ਆਪਾਂ x y ਪਲੇਨ ਬਣਾਉਂਦੇ ਆ ਤਾਂ ਪੁਆਇੰਟ p ਇਹ ਮੰਨ ਲਓ x, y ਹੈ ਤਾਂ o ਤੋਂ ਇਸ ਦਾ ਡਿਸਟੈਂਸ ਜੋ ਹੈ ਪੁਆਇੰਟ p ਤੱਕ ਦਾ ਉਹ r ਹੈ ਤੇ ਇਸ ਦਾ ਪੋਜ਼ਿਟਿਵ x ਐਕਸਿਸ ਦੇ ਨਾਲ ਐਂਗਲ ਮੰਨ ਲਓ ਥੀਟਾ ਹੈ। ਤੇ ਇਸ ਤੋਂ ਬਾਅਦ ਆਪਾਂ ਪੁਆਇੰਟ P ਤੋਂ ਇੱਕ ਪਰਪੈਂਡੀਕੂਲਰ ਡਰਾ ਕਰਾਂਗੇ x ਐਕਸਿਸ ਤੇ ਇਸ ਨੂੰ ਨਾਮ ਦੇ ਦਾਂਗੇ ਜਿੱਥੇ x ਐਕਸਿਸ ਨੂੰ ਮੀਟ ਕਰੂਗਾ L। ਤਾਂ ਇੱਥੋਂ ਆਪਣੇ ਕੋਲੇ ਡਿਸਟੈਂਸ OL ਜੋ ਹੈ ਜਾਂ ਫਿਰ ਇਹਨੂੰ ਕਹਿ ਸਕਦੇ ਆ ਆ ਪੁਆਇੰਟ ਆਪਣੇ ਕੋਲੇ OL ਦਾ ਡਿਸਟੈਂਸ x ਹੈ ਤੇ PL ਦਾ ਡਿਸਟੈਂਸ ਸਾਰਾ ਆਪਣੇ ਕੋਲੇ y ਹੈ। ਤਾਂ ਇਸ ਨੂੰ ਕਿਵੇਂ ਲਿਖਾਂਗੇ ਹੁਣ ਜੋ R ਹੈ ਆਪਣਾ OP ਡਿਸਟੈਂਸ ਜੋ ਹੈ ਇਸ ਨੂੰ ਮੰਨ ਲਓ ਆਪਣੇ ਕੋਲੇ ਇਹ ਹੈ Z ਦਾ ਮੋਡੂਲਸ। ਤੇ ਇਸ ਨੂੰ ਕਿਵੇਂ ਲਿਖਾਂਗੇ ਲੈਟ Z modulus is equals to OP distance covered ਜਿਹਨੂੰ ਕਿ ਆਪਾਂ R ਦੇ ਨਾਲ ਡਿਨੋਟ ਕੀਤਾ ਹੈ। ਤੇ ਹੁਣ ਅਗਰ ਆਪਾਂ ਟ੍ਰਾਇੰਗਲ OLP ਦੀ ਗੱਲ ਕਰਦੇ ਹਾਂ, ਇਸ ਟ੍ਰਾਇੰਗਲ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਪਾਈਥਾਗੋਰਸ ਥਿਓਰਮ ਲਗਾਵਾਂਗੇ ਤੇ ਆਪਣੇ ਕੋਲੇ ਕੀ ਆਊਗਾ OP ਦਾ ਸਕੁਅਰ is equals to OL ਦਾ ਸਕੁਅਰ plus LP ਦਾ ਸਕੁਅਰ। OP ਆਪਣੇ ਕੋਲੇ ਹੈ R ਤਾਂ R ਦਾ ਸਕੁਅਰ is equals to OL ਹੈ ਆਪਣੇ ਕੋਲੇ x ਸਕੁਅਰ plus LP ਆਪਣੇ ਕੋਲੇ ਹੈ y ਤਾਂ ਇਹ ਬਣ ਗਿਆ y ਦਾ ਸਕੁਅਰ। ਤਾਂ ਇੱਥੋਂ ਆਪਾਂ R ਦੀ ਵੈਲਿਊ ਕੱਢ ਲਾਂਗੇ ਅੰਡਰ ਰੂਟ ਆਫ x ਸਕੁਅਰ plus y ਸਕੁਅਰ। ਇਸ ਨੂੰ ਆਪਾਂ ਦੇਵਾਂਗੇ ਨਾਮ ਇਕੁਏਸ਼ਨ ਨੰਬਰ 1। ਤੇ ਹੁਣ ਆਪਾਂ ਨੂੰ ਪਤਾ z ਕੀ ਹੁੰਦਾ ਆਪਣੇ ਕੋਲੇ z ਦੀ ਵੈਲਿਊ ਕੀ ਹੁੰਦੀ ਹੈ ਮੋਡੂਲਸ ਆਫ z ਦੀ ਵੈਲਿਊ ਉਹ ਹੁੰਦੀ ਹੈ x ਸਕੁਅਰ plus y ਸਕੁਅਰ। ਤੇ ਅਗਰ ਆਪਾਂ ਇਸੇ ਟ੍ਰਾਇੰਗਲ ਦੇ ਵਿੱਚ ਗੱਲ ਕਰਦੇ ਹਾਂ OLP ਟ੍ਰਾਇੰਗਲ ਦੇ ਵਿੱਚ ਗੱਲ ਕਰਦੇ ਹਾਂ ਤੇ ਇਹਦੇ ਵਿੱਚੋਂ cos ਥੀਟਾ ਦੀ ਜੇ ਵੈਲਿਊ ਕੱਢਾਂਗੇ cos ਥੀਟਾ ਦੀ ਵੈਲਿਊ ਹੁੰਦੀ ਹੈ ਆਪਣੇ ਕੋਲੇ ਬੇਸ ਓਵਰ ਹਾਈਪੋਟਨਿਊਸ ਦਾ ਥੀਟਾ ਦਾ ਬੇਸ ਆਪਣੇ ਕੋਲੇ ਹੈ OL ਓਵਰ ਹਾਈਪੋਟਨਿਊਸ ਆਪਣੇ ਕੋਲੇ ਹੈ OP। ਤੇ ਇੱਥੇ ਦੀ ਵੈਲਿਊ ਭਰ ਦਾਂਗੇ ਤਾਂ ਆਪਣੇ ਕੋਲੇ OL ਆਪਣੇ ਕੋਲੇ x ਹੈ ਬਟਾ OP ਆਪਣੇ ਕੋਲੇ R ਹੈ ਜਿਹੜਾ ਕਿ ਬਰਾਬਰ ਆ ਜਾਊਗਾ cos ਥੀਟਾ ਦੇ। ਤੇ ਇਥੋਂ ਆਪਾਂ x ਦੀ ਵੈਲਿਊ ਕੱਢ ਲਾਂਗੇ ਇਹ ਆ ਜੂਗੀ R cos ਥੀਟਾ। ਇਸ ਨੂੰ ਆਪਾਂ ਦੇਵਾਂਗੇ ਨਾਮ ਇਕੁਏਸ਼ਨ ਨੰਬਰ 2। ਉਵੇਂ ਹੀ ਆਪਾਂ sin ਥੀਟਾ ਦੀ ਵੈਲਿਊ ਕੱਢਾਂਗੇ ਤਾਂ sin ਥੀਟਾ ਆਪਣੇ ਕੋਲੇ ਹੁੰਦਾ ਪਰਪੈਂਡੀਕੂਲਰ ਓਵਰ ਹਾਈਪੋਟਨਿਊਸ ਪਰਪੈਂਡੀਕੂਲਰ ਹੈ ਆਪਣੇ ਕੋਲੇ ਇੱਥੇ LP ਓਵਰ OP ਤੇ LP ਆਪਣੇ ਕੋਲੇ ਹੈ y ਬਟਾ R ਬਰਾਬਰ sin ਥੀਟਾ। ਤਾਂ ਫਿਰ ਇਥੋਂ y ਦੀ ਵੈਲਿਊ ਕੱਢਾਂਗੇ ਜਿਹੜੀ ਕਿ ਆਊਗੀ R sin ਥੀਟਾ। ਇਸ ਨੂੰ ਆਪਾਂ ਦੇਵਾਂਗੇ ਇਕੁਏਸ਼ਨ ਨੰਬਰ 3। ਹੁਣ ਆਪਾਂ ਕੀ ਕਰਾਂਗੇ ਇਹ ਇਕੁਏਸ਼ਨ ਨੰਬਰ 2 ਤੇ ਇਕੁਏਸ਼ਨ ਨੰਬਰ 3 ਨੇ ਜੋ ਇਹ ਆਪਾਂ ਭਰਾਂਗੇ z ਦੇ ਵਿੱਚ z ਜੋ ਕਿ ਆਪਾਂ ਲਿਆ ਸੀ x plus iota sin z ਜੋ ਕਿ ਆਪਾਂ ਲਿਆ ਸੀ x plus iota y ਤੇ ਇਸ ਦੇ ਵਿੱਚ ਵੈਲਿਊ ਭਰ ਦਾਂਗੇ x ਦੀ ਵੈਲਿਊ r cos ਥੀਟਾ plus iota y ਸੀ ਤਾਂ iota y ਦੇ ਨਾਲ ਆਇਆ y ਦੀ ਜਗ੍ਹਾ ਤੇ ਆਪਾਂ ਭਰ ਦਾਂਗੇ r sin ਥੀਟਾ। ਤੇ ਹੁਣ ਇਹਦੇ ਵਿੱਚੋਂ ਆਪਾਂ r ਕੱਢ ਦਾਂਗੇ ਕਾਮਨ ਤੇ ਇਹ ਬਣ ਗਿਆ ਆਪਣੇ ਕੋਲੇ r ਬਾਹਰ ਨਿਕਲਿਆ cos ਥੀਟਾ plus iota sin ਥੀਟਾ। ਇਹ ਜੋ z ਦੀ ਵੈਲਿਊ ਆਈ ਹੈ ਇਸ ਨੂੰ ਆਪਾਂ ਬੋਲਦੇ ਹਾਂ ਪੋਲਰ ਫਾਰਮ ਆਫ ਕੰਪਲੈਕਸ ਨੰਬਰ ਇਸ ਨੂੰ ਬੋਲਦੇ ਹਾਂ। ਤੇ ਇਹ ਆਪਾਂ ਯਾਦ ਵੀ ਕਰਾਂਗੇ z equals to r cos ਥੀਟਾ plus iota sin ਥੀਟਾ। ਇਸ ਦਾ ਇੱਕ ਹੋਰ ਨਾਮ ਵੀ ਹੈ ਇਸ ਨੂੰ ਆਪਾਂ ਮੋਡੂਲਸ ਐਂਪਲੀਟਿਊਡ ਫਾਰਮ ਆਫ ਕੰਪਲੈਕਸ ਨੰਬਰ ਵੀ ਬੋਲ। ਤਾਂ ਇਹ ਸੀ ਆਪਣੀ ਪੋਲਰ ਰਿਪਰੈਜ਼ੈਂਟੇਸ਼ਨ। ਨੈਕਸਟ ਆਪਾਂ ਕਰਾਂਗੇ ਯੂਲਰ ਥਿਓਰਮ। ਕੋਈ ਇਸ ਨੂੰ ਆਇਲਰ ਬੋਲਦਾ ਕੋਈ ਇਸ ਨੂੰ ਯੂਲਰ ਥਿਓਰਮ ਬੋਲਦਾ। ਤੇ ਯੂਲਰ ਥਿਓਰਮ ਕੀ ਹੁੰਦੀ ਆ ਕਿ e iota ਥੀਟਾ ਉਸ ਦੀ ਪਾਵਰ ਚ ਜਾਂਦਾ ਹੈ e iota ਥੀਟਾ ਜੋ ਹੈ ਉਹ ਕਿਸ ਦੇ ਇਕੁਅਲ ਹੁੰਦਾ cos ਥੀਟਾ plus iota sin ਥੀਟਾ ਦੇ। ਇਹ ਹੈ ਯੂਲਰ ਥਿਓਰਮ ਕਿ e iota ਥੀਟਾ ਕਿਸ ਦੇ ਇਕੁਅਲ ਹੁੰਦਾ cos ਥੀਟਾ plus iota sin ਥੀਟਾ। ਇਸ ਨੂੰ ਆਪਾਂ e ਦੀ ਪਾਵਰ z ਦੇ ਫਾਰਮ ਦੇ ਵਿੱਚ ਵੀ ਲਿਖਦੇ ਹੁੰਦੇ ਆ ਤਾਂ ਲਿਖਦੇ ਨੇ z ਆਪਣੇ ਕੋਲੇ ਹੁੰਦਾ x plus iota y ਤੇ ਇੱਥੇ ਆਪਣੇ ਕੋਲੇ ਇਹ ਅਲੱਗ-ਅਲੱਗ ਹੋ ਜਾਣਗੇ ਇਹ ਬਣ ਜਾਊਗਾ e ਦੀ ਪਾਵਰ x ਅਗਰ ਪਾਵਰਾਂ ਪਲੱਸ ਵਿੱਚ ਨੇ ਤਾਂ ਬੇਸ ਜੋ ਹੈ ਉਹ ਮਲਟੀਪਲਾਈ ਹੋ ਜਾਣਗੇ ਤਾਂ e ਦੀ ਪਾਵਰ x into e ਦੀ ਪਾਵਰ iota y ਉਹਨੂੰ ਇਸ ਨੂੰ ਇਸ ਤਰ੍ਹਾਂ ਲਿਖ ਦਾਂਗੇ ਤੇ ਇਸ ਨੂੰ ਅੱਗੇ ਲਿਖਾਂਗੇ ਆਪਾਂ e ਦੀ ਪਾਵਰ x
इंटू cos y प्लस आयोटा sin y ये भी ਇਹਦੀ ਫਾਰਮ ਤੇ ਇਹ ਹੋ ਗਿਆ ਆਪਣੇ ਕੋਲੇ यूलर्स थ्योरम। हाँ जी नैक्सट अपने को है प्रिंसिपल आर्गूमेंट। तो आर्गूमेंट की होंगे आर्गूमेंट ऑफ कंपलैक्स नंबर इज मेड बाय द लाइन OP विद द पॉजिटिव डायरेक्शन ऑफ x एक्सिस। मतलब कि जिवें आपां पिछे भी जिहड़ी डायग्राम बनाई हुई सी कि XY प्लेन दे उपर आपां एक पॉइंट लिया सी P पॉइंट लिया सी जो उसनूं आपां x, y दे कोऑर्डिनेट्स दित्ते सी ते उस दा ओरिजिन तो डिस्टेंस जिसनूं आपां r लिया सी तां ਇਹ OP लाइन जो है x एक्सिस ਦੇ ਨਾਲ ਪੋਜ਼ਿਟਿਵ ਡਾਇਰੈਕਸ਼ਨ ਆਫ x एक्सिस ਦੇ ਨਾਲ ਜਿੰਨਾ ਵੀ ਐਂਗਲ ਬਣਾਉਗੀ ਉਹ ਆਪਣੇ ਕੋਲੇ ਕੀ ਹੋਊਗਾ ਆਰਗੂਮੈਂਟ ਹੋਊਗਾ। ਜਿਵੇਂ ਮੰਨ ਲਓ ਇੱਥੇ ਇਹਨੇ ਬਣਾਇਆ ਥੀਟਾ ਤੇ ਇੱਥੇ ਆਪਣੇ ਕੋਲੇ ਆਰਗੂਮੈਂਟ ਕੀ ਆ ਗਿਆ ਇੱਥੇ ਥੀਟਾ ਹੈ। ਅਗਰ ਇਹ ਇਸ ਤੋਂ ਵੱਡਾ ਬਣਾਉਂਦਾ ਤਾਂ ਇਹ ਐਂਗਲ ਇਹਦਾ ਕੀ ਹੋ ਜਾਊਗਾ ਇਹਦੇ ਵਿੱਚ ਕੀ ਹੈ 2 ਪਾਈ ਜੁੜ ਜਾਊਗਾ ਤੇ ਇਹ ਕੀ ਬਣ ਗਿਆ 2 ਪਾਈ ਪਲੱਸ ਥੀਟਾ। ਅਗਰ ਮੰਨ ਲਓ ਇਹਨੇ ਇੱਕ ਹੋਰ ਇਹਨੇ ਮੰਨ ਲਓ ਇੱਕ ਸਰਕਲ ਕੀ ਹੈ ਇੱਥੇ ਹੋਰ ਲਗਾਤਾ ਤਾਂ ਫਿਰ ਇਹਦਾ ਆਰਗੂਮੈਂਟ ਕਿੰਨਾ ਬਣ ਜਾਊਗਾ 4 ਪਾਈ प्लस थीटा। हमेशा पॉजिटिव डायरेक्शन ऑफ x एक्सिस दे नाल एंगल आपां देखना इस पॉइंट दा इस लाइन दा OP दा भी कितना आ वो अपने कोले की होगा आर्गूमेंट ऑफ ए कंपलैक्स नंबर। उस तो बाद आपां गल करांगे हाउ टू फाइंड द प्रिंसिपल वैल्यू ऑफ द आर्गूमेंट। ठीक है तो इसके की होंगे कुछ स्टेप्स होंगे भी आपां प्रिंसिपल वैल्यू ऑफ आर्गूमेंट किवें फाइंड कर सकते हैं। तो मान लो z है अपने कोले ਕੰਪਲੈਕਸ ਨੰਬਰ ਹੈ ਜਿਸ ਨੂੰ ਆਪਾਂ x plus iota y ਦੇ ਨਾਲ ਡਿਨੋਟ ਕਰਦੇ ਹਾਂ। ਕੁਐਸਚਨ ਦੇ ਵਿੱਚ ਕੀ ਆਪਾਂ ਨੂੰ x ਤੇ y ਦੀ ਵੈਲਿਊ ਪਤਾ ਹੋਊਗੀ ਕਿ ਕੰਪਲੈਕਸ ਨੰਬਰ ਆਪਾਂ ਨੂੰ ਦਿੱਤਾ ਹੋਇਆ ਹੋਊਗਾ ਆਪਾਂ ਉਸ ਦਾ ਆਰਗੂਮੈਂਟ ਫਾਈਂਡ ਆਊਟ ਕਰਨਾ ਹੈ ਕਰੂਗਾ ਪ੍ਰਿੰਸੀਪਲ ਵੈਲਿਊ ਫॉर ਆਰਗੂਮੈਂਟ। ਤਾਂ ਉਸ ਦੇ ਵਾਸਤੇ ਆਪਾਂ ਕੀ ਕਰਾਂਗੇ ਅਲਫਾ ਫਾਈਂਡ ਆਊਟ ਕਰਾਂਗੇ। ਅਲਫਾ ਦੀ ਵੈਲਿਊ ਕੀ ਹੋਇਆ ਕਰੂਗੀ ਅਲਫਾ ਦੀ ਵੈਲਿਊ ਹੋਇਆ ਕਰੂਗੀ tan ਇਨਵਰਸ y ਬਟੇ x ਜਿੰਨਾ y ਹੋਊਗਾ y ਬਟੇ x ਕਰਕੇ ਉਸ ਦਾ ਕੀ ਕਰ ਦਾਂਗੇ tan ਇਨਵਰਸ ਫਾਈਂਡ ਆਊਟ ਕਰ ਦਾਂਗੇ। ਠੀਕ ਹੈ ਇਹਦੇ ਨਾਲ ਆਪਣੇ ਕੋਲੇ ਆ ਜਾ ਕਰੂਗਾ ਅਲਫਾ। ਤਾਂ ਲੈਟ value of argument z equals to theta। दोनों की मन्ने आपां थीटा मन्ने हुण थीटा दी वैल्यू की हो सकती ने तो देन थीटा इक्वल्स टू अल्फा वो अल्फा के बराबर होगा कदों इफ x एंड y दोनों की होंगे पॉजिटिव होंगे। अगर x y दोनों पॉजिटिव होंगे तो थीटा किसके बराबर होगा अल्फा के बराबर होगा। मतलब कि सीधा ही जो आपां tan इनवर्स y कटदा जे तो वही अपने कोले की आ जाऊगा आर्गूमेंट ऑफ z आ जाऊगा कदों जो x y दोनों पॉजिटिव होए जो z की अपना z विल बिलोंग टू व्हेन फर्स्ट क्वाड्रेंट मतलब x y दोनों की होए पॉजिटिव होए तो उदों थीटा किस दे बराबर आ जाऊगा अल्फा दे बराबर आ जाऊगा। हुन थीटा होगा अपने कोले पाई माइनस अल्फा दे बराबर इफ x is less than 0 and y is greater than 0। मतलब कि इत्थे की है z की है z बिलोंग करी जांदा सेकंड क्वाड्रेंट विच। तो अगर अपने को की x की वैल्यू नैगेटिव हुई y की वैल्यू पॉजिटिव हुई तो जिन्ना भी अपने को अल्फा आ गया उसमें की करेंगे पाई चो माइनस कर देंगे तो अपने को की आ जाऊगा थीटा आ जाऊगा आर्गूमेंट ऑफ z आ जाऊगा। उस तो बाद है थीटा इज इक्वल टू माइनस ऑफ पाई माइनस अल्फा कदों इफ x इज लैस दैन 0 तो y भी की होगा लैस दैन 0। मतलब कि z की बिलोंग करी जांदा इत्थे थर्ड क्वाड्रेंट। ते सिमिलरली थीटा होगा माइनस ऑफ अल्फा के बराबर इफ x की होया अपने कोले पॉजिटिव होया ते y की होया नेगेटिव होया। मतलब कि z किनू बिलोंग करूगा इत्थे फोर्थ क्वाड्रेंट। ਆਪਾਂ x ਤੇ y ਦੀਆਂ ਵੈਲਿਊਜ਼ ਨਾਲ ਦੇਖ ਲਾਂਗੇ ਵੀ z ਕਿਹੜੇ ਕੁਆਡਰੈਂਟ ਵਿੱਚ ਕੀ ਆ ਲਾਈ ਕਰੀ ਜਾਂਦਾ। ਜਿਸ ਕੁਆਡਰੈਂਟ ਵਿੱਚ ਲਾਈ ਕਰੂਗਾ ਉਸ ਦੇ ਹਿਸਾਬ ਨਾਲ ਕੀ ਆਊਗਾ ਆਪਣੇ ਕੋਲੇ ਥੀਟਾ ਆਰਗੂਮੈਂਟ ਆਫ z ਆਊਗਾ। ਠੀਕ ਹੈ ਇਹ ਹੋ ਗਿਆ ਆਪਣੇ ਕੋਲੇ ਆਰਗੂਮੈਂਟ। ਹੁਣ ਇੱਥੇ ਇੱਕ ਹੋਰ ਛੋਟੀ ਜਿਹੀ ਚੀਜ਼ ਹੈ ਪ੍ਰਿੰਸੀਪਲ ਵੈਲਿਊ ਆਫ ਦੀ ਆਰਗੂਮੈਂਟ z ਹਮੇਸ਼ਾ ਕਿਸ ਵਿੱਚ ਲਾਈ ਕਰੂਗਾ ਮਾਈਨਸ ਪਾਈ ਟੂ ਪਾਈ ਲਾਈ ਕਰੂ। ਅਗਰ ਆਪਾਂ ਪ੍ਰਿੰਸੀਪਲ ਵੈਲਿਊ ਨੂੰ ਥੀਟਾ ਮੰਨ ਲਈਏ तो जनरल वैल्यूज की आ जाएंगियां देन जनरल वैल्यूज आर थीटा प्लस माइनस 2n पाई। ये अपने को इस रिलेटेड किया गया जनरल रिजल्ट आया कि थीटा प्लस माइनस 2n पाई इसकी की जनरल वैल्यूज। तो हम आप इसका क्वेश्चन कर लेने तो अपन होर क्लीयर हो जाएगा इसका कंसैप्ट। तो क्वेश्चन है अपने को लेट z इज इक्वल्स टू 1 माइनस आयोटा फाइंड प्रिंसिपल वैल्यू एंड दी जनरल वैल्यू। तो z अपने को इत्थे है 1 माइनस आयोटा। तो पहले आप x ते y दी वैल्यूज देखेंगे तो इत्थे x की है 1 ग्रेटर देन 0 हो गया तो y अपने को माइनस 1 y की हो गया इत्थे लैस देन 0। तो ये अपने को बन गया फोर्थ क्वाड्रेंट बन गया। तो सब तो पहले आप अल्फा फाइंड आउट करांगे। तो अल्फा
ਆਪਾਂ ਕੀ ਕਿਹਾ ਸੀ ਕੀ ਹੁੰਦਾ tan ਇਨਵਰਸ y ਬਟਾ x ਹੁੰਦਾ ਤਾਂ ਮਤਲਬ ਕਿ ਇਹ ਕਿੰਨਾ ਆ ਗਿਆ tan ਇਨਵਰਸ y ਆਪਣੇ ਕੋਲੇ ਕਿੰਨਾ ਮਾਈਨਸ ਦਾ 1 ਬਟੇ x ਆਪਣੇ ਕੋਲੇ ਕਿੰਨਾ 1 ਤੇ ਇਹ ਹੁੰਦਾ ਇੱਥੇ ਮੋਡ ਕਿਉਂਕਿ ਆਪਾਂ ਲੈਣੀ ਹੁੰਦੀ ਹੈ ਇਹਦੀ ਪੋਜ਼ਿਟਿਵ ਵੈਲਿਊ ਲੈਣੀ ਹੁੰਦੀ ਹੈ ਤਾਂ ਇਹ ਆਪਣੇ ਕੋਲੇ ਬਾਹਰ ਕਿੰਨਾ ਆ ਜਾਊਗਾ tan ਇਨਵਰਸ 1 ਤੇ tan ਇਨਵਰਸ 1 ਦੀ ਵੈਲਿਊ ਆਪਾਂ ਨੂੰ ਪਤਾ ਕਿੰਨੀ ਹੁੰਦੀ ਆ ਪਾਈ ਬਟਾ 4 ਇਹ ਆਪਣੇ ਕੋਲੇ ਕੀ ਆਇਆ ਅਲਫਾ ਹੈ ਅਲਫਾ ਦੀ ਵੈਲਿਊ ਕਿੰਨੀ ਹੈ ਪਾਈ ਬਟਾ 4 ਹੁਣ ਆਪਾਂ ਕਰਨਾ ਇਸ ਦਾ ਪ੍ਰਿੰਸੀਪਲ ਵੈਲਿਊ ਹੁੰਦੀ ਕੀ ਹੁੰਦਾ ਥੀਟਾ ਹੁੰਦਾ ਤਾਂ ਥੀਟਾ ਅਗਰ x ਆਪਣਾ ਪੋਜ਼ਿਟਿਵ ਆ y ਆਪਣਾ ਨੈਗੇਟਿਵ ਆ ਤਾਂ ਆਪਣੇ ਕੋਲੇ ਥੀਟਾ ਜਿਹੜਾ ਹੈ ਉਹ ਕਿਸ ਦੇ ਵਿੱਚ ਲਾਈ ਕਰੂਗਾ ਉਹ ਫੋਰਥ ਕੁਆਡਰੈਂਟ ਵਿੱਚ ਲਾਈ ਕਰੂਗਾ ਤਾਂ ਥੀਟਾ ਮਤਲਬ ਕਿ ਪ੍ਰਿੰਸੀਪਲ ਵੈਲਿਊ ਕਿਸ ਦੇ ਬਰਾਬਰ ਹੋਊਗੀ ਥੀਟਾ ਇਕੁਅਲਸ ਟੂ ਮਾਈਨਸ ਅਲਫਾ ਤਾਂ ਇਥੋਂ ਆਪਣੇ ਕੋਲੇ ਕੀ ਆ ਗਿਆ ਮਾਈਨਸ ਦਾ ਪਾਈ ਬਟਾ 4 ਆਨਸਰ ਆ ਜਾਊਗਾ ਕੀ ਆਊਗਾ ਇਹ ਪ੍ਰਿੰਸੀਪਲ ਵੈਲਿਊ ਤੇ ਜੇ ਆਪਾਂ ਜਰਨਲ ਵੈਲਿਊ ਦੀ ਗੱਲ ਕਰੀਏ ਤਾਂ ਜਰਨਲ ਵੈਲਿਊ ਇਹਦੀ ਕੀ ਹੋਊਗੀ ਜਰਨਲ ਵੈਲਿਊ ਕੀ ਹੁੰਦੀ ਹੈ ਹਮੇਸ਼ਾ ਥੀਟਾ ਪਲੱਸ ਮਾਈਨਸ 2n ਪਾਈ ਤਾਂ ਥੀਟਾ ਆਪਣੇ ਕੋਲੇ ਕਿੰਨਾ ਹੈ ਮਾਈਨਸ ਪਾਈ ਬਟਾ 4 ਤਾਂ ਪਲੱਸ ਮਾਈਨਸ n ਨੂੰ ਆਪਾਂ ਇੱਕ ਪੁੱਟ ਕਰਾਂਗੇ ਪਹਿਲਾਂ 2 ਪਾਈ ਉਸ ਤੋਂ ਬਾਅਦ ਥੀਟਾ ਪਲੱਸ ਮਾਈਨਸ n ਨੂੰ ਆਪਾਂ 2 ਪੁੱਟ ਕਰ ਦਾਂਗੇ ਤਾਂ ਇਹ ਬਣ ਜਾਊਗਾ 4 ਪਾਈ ਤਾਂ ਮਾਈਨਸ ਪਾਈ ਬਾਈ 4 ਪਲੱਸ ਮਾਈਨਸ 6 ਪਾਈ ਇਸ ਤਰ੍ਹਾਂ ਹੈ ਕੀ ਹੋਣਗੇ ਸਾਰੇ ਜਰਨਲ ਵੈਲਿਊਜ਼ ਤੇ ਇਸ ਕੁਐਸਚਨ ਦੇ ਵਿੱਚ ਆਪਾਂ ਪ੍ਰਿੰਸੀਪਲ ਵੈਲਿਊ ਤੇ ਜਰਨਲ ਵੈਲਿਊ ਦੋਨੋਂ ਨਿਕਾਲ ਕੇ ਦੇਖਾਂਗੇ ਇੱਕ ਹੋਰ ਛੋਟਾ ਜਿਹਾ ਕੁਐਸਚਨ ਕਰ ਲੈਣੇ ਹੋਰ ਕਲੀਅਰ ਹੋ ਜਾਊਗਾ कि अगर अपने को z जो है वो 2 + 2 आयोटा आ तो आप इसकी प्रिंसिपल वैल्यू फाइंड आउट करनी है या आर्गूमेंट फाइंड आउट करना है इसका आर्गूमेंट कितना होगा आर्गूमेंट ऑफ z विल बी इक्वल्स टू tan इनवर्स y by x ਹੁੰਦਾ tan इनवर्स x ਵੀ ਇਸ ਵਿੱਚ ਪੋਜ਼ਿਟਿਵ ਆ 2 ਆ y ਵੀ 2 ਆ ਦੋਨੇ ਹੀ ਪੋਜ਼ਿਟਿਵ ਆ ਤਾਂ ਫਸਟ ਕੁਆਡਰੈਂਟ ਵਿੱਚ ਲਾਈ ਕਰੂਗਾ ਤਾਂ tan ਇਨवर्स ਕਿੰਨਾ ਹੁੰਦਾ 2/2 ਆ ਜਾਊਗਾ ਜਿਹੜਾ ਕਿ 1 ਹੁੰਦਾ ਤਾਂ ਇਸ ਆਨਸਰ ਕਿੰਨਾ ਆ ਗਿਆ π/4 ਤਾਂ ਇਹ ਆਪਣੇ ਕੋਲੇ ਕੁਐਸਚਨ ਸੀ ਸਾਰੇ ਦੋ ਆਪਾਂ ਕੁਐਸਚਨ ਕੀਤੇ ਐਗਜ਼ਾਮਪਲ ਕੀਤੀਆਂ ਨੇ ਪ੍ਰਿੰਸੀਪਲ ਆਰਗੂਮੈਂਟ ਦੀਆਂ ਤੇ ਜਰਨਲ ਵੈਲਿਊਜ਼ ਦੀ ਉਸ ਤੋਂ ਬਾਅਦ ਇਸੇ ਦੇ ਕੁਝ ਪਾਰਟਿਕੂਲਰ ਕੇਸਿਸ ਆਉਂਦੇ ਨੇ ਕਿ ਕਦੋਂ ਅਗਰ ਆਪਣਾ ਆਰਗੂਮੈਂਟ ਦੀਆਂ ਕੁਝ ਪਾਰਟਿਕੂਲਰ ਵੈਲਿਊਜ਼ ਨੇ ਇਸ ਦੇ ਵਿੱਚ ਹੁਣ ਆਪਾਂ ਡਿਸਕਸ ਕਰਾਂਗੇ ਕਿ ਅਗਰ ਮੰਨ ਲਓ let z is equals to x plus iota y ਹੈ ਇੱਕ ਕੰਪਲੈਕਸ ਨੰਬਰ ਹੈ ਠੀਕ ਹੈ ਤਾਂ ਆਰਗੂਮੈਂਟ ਆਫ z ਕਿੰਨਾ ਹੋ ਜਾਊਗਾ ਇੱਥੇ ਥੀਟਾ ਆਪਾਂ ਹੁਣੇ ਕੱਢ ਕੇ ਹਟੇ ਉੱਪਰ ਤਾਂ ਅਗਰ ਇਸ ਨੂੰ ਆਪਾਂ ਕਾਰਟੇਸ਼ੀਅਨ ਪਲੇਨ ਦੇ ਉੱਤੇ ਲਿਖਦੇ ਆ ਤਾਂ ਇੱਥੇ ਮੇਰੇ ਕੋਲੇ ਕੀ ਆ z ਆ xy ਪੁਆਇੰਟਸ ਨੇ ਦੋਨੋਂ ਪੋਜ਼ਿਟਿਵ ਨੇ ਠੀਕ ਹੈ ਤਾਂ ਉਹਦਾ ਆਰਗੂਮੈਂਟ ਕਿੰਨਾ ਇੱਥੇ ਮੇਰੇ ਕੋਲੇ ਥੀਟਾ ਆਰਗੂਮੈਂਟ ਤੇ ਅਗਰ ਮੈਂ ਕੰਜੂਗੇਟ ਆਫ z ਦੀ ਗੱਲ ਕਰਦੀ ਆ ਕੰਜੂਗੇਟ ਆਫ z ਕੀ ਸੀਗਾ ਆਪਾਂ y ਦਾ ਆਇਓਟਾ ਵਾਲੇ ਦਾ ਆਪਾਂ ਸਾਈਨ ਕੀ ਚੇਂਜ ਕਰ ਦਿੰਦੇ ਸੀ ਤਾਂ ਉਹ ਇੱਕ ਤਰ੍ਹਾਂ ਦੇ ਵਿਦ ਰਿਸਪੈਕਟ ਟੂ x ਐਕਸਿਸ ਉਸ ਦੀ ਇਮੇਜ ਬਣ ਜਾਂਦੀ ਸੀ ਤੇ ਆਪਾਂ ਪਿਛਲੀ ਵੀਡੀਓ ਵਿੱਚ ਚੰਗੀ ਤਰ੍ਹਾਂ ਐਕਸਪਲੇਨ ਆਪਾਂ ਕੀਤਾ ਹੋਇਆ ਹੈ ਤਾਂ ਅਗਰ ਆਪਾਂ z ਕੰਜੂਗੇਟ ਦੀ ਗੱਲ ਕਰੀਏ ਵੈਸੇ ਵੀ ਤੇ ਫੋਰਥ ਕੁਆਡਰੈਂਟ ਵਿੱਚ ਇਹ ਲਾਈ ਕਰ ਜਾਊਗਾ ਜਿਵੇਂ ਆਪਾਂ ਉੱਪਰ ਹੀ ਕਿਹਾ ਹੋਇਆ ਆ ਤਾਂ ਇਸ ਦਾ ਆਰਗੂਮੈਂਟ ਕਿੰਨਾ ਆ ਜਾਊਗਾ ਇਹ ਬਣ ਜਾਊਗਾ ਆਪਣੇ ਕੋਲੇ ਮਾਈਨਸ ਦਾ ਥੀਟਾ ਠੀਕ ਹੈ ਅਗਰ ਆਪਾਂ ਮਾਈਨਸ ਦਾ ਕੰਜੂਗੇਟ ਆਫ z ਕਰਦੇ ਆ ਤਾਂ ਆਪਣੇ ਕੋਲੇ ਇਸ ਦਾ ਆਰਗੂਮੈਂਟ ਆ ਜਾਊਗਾ ਪਾਈ ਮਾਈਨਸ ਥੀਟਾ ਤੇ ਅਗਰ ਆਪਾਂ z ਦੀ ਇਮੇਜ ਵਿਦ ਰਿਸਪੈਕਟ ਟੂ origin ਕਰਦੇ ਆ ਤਾਂ ਮਾਈਨਸ z ਹੀ ਬਣ ਜਾਊਗਾ ਤਾਂ ਇਸ ਦਾ ਆਰਗੂਮੈਂਟ ਆਪਣੇ ਕੋਲੇ ਬਣ ਜਾਊਗਾ ਪਾਈ ਮਾਈਨਸ ਥੀਟਾ ਦਾ ਪੂਰੇ ਦਾ ਮਾਈਨਸ ਇਹ ਸਾਰੀਆਂ ਚੀਜ਼ਾਂ ਉੱਪਰਲੀਆਂ ਹੀ ਨੇ ਆਪਾਂ ਇਸ ਨੂੰ ਜਨਰਲ ਵੇ ਵਿੱਚ ਕੀਤਾ ਇਹ ਸਾਰੀਆਂ ਚੀਜ਼ਾਂ ਨੂੰ ਕੀ ਇੱਥੇ ਜਨਰਲਾਈਜ਼ ਕਰਤਾ ਤਾਂ ਇਹਦੇ ਕੁਝ ਹੋਰ ਕੇਸਿਸ ਨੇ ਜੇ ਮੰਨ ਲਓ ਅਗਰ ਆਰਗੂਮੈਂਟ ਆਫ ਤਾਂ ਇੱਥੇ ਆਪਾਂ ਕੁਝ ਹੋਰ ਪਾਰਟਿਕੂਲਰ ਕੇਸਿਸ ਲੈ ਲੈਣੇ ਆ ਜਿਵੇਂ ਮੰਨ ਲਓ ਕਾਰਟੇਸ਼ੀਅਨ ਪਲੇਨ ਦੇ ਉੱਤੇ z1 z2 ਬਣਾਏ ਆ ਇੱਥੇ ਮੰਨ ਲਓ ਆਪਣੇ ਕੋਲੇ z1 ਆ ਤਾਂ ਇਸ ਦੇ ਕੋਆਰਡੀਨੇਟਸ ਹੋ ਗਏ ਆਪਣੇ ਕੋਲੇ a, 0 ਹੋ ਗਏ ਠੀਕ ਹੈ ਇੱਥੇ a ਕੀ ਆ ਇਹ ਆਪਣੇ ਕੋਲੇ ਪੋਜ਼ਿਟਿਵ ਇੱਥੇ ਮੰਨ ਲਓ ਆਪਣੇ ਕੋਲੇ z2 ਆ ਉਹਦੇ ਪੁਆਇੰਟਸ ਹੋ ਗਏ ਆਪਣੇ ਕੋਲੇ 0, b ਤੇ ਇੱਥੇ ਵੀ b ਕੀ ਹੈ ਇੱਕ ਪੋਜ਼ਿਟਿਵ ਨੰਬਰ ਆਊਗਾ ਤਾਂ ਆਰਗੂਮੈਂਟ ਆਫ z1 ਕਿੰਨਾ ਆਊਗਾ ਇੱਥੇ ਆਰਗੂਮੈਂਟ ਆਫ z1 ਇੱਥੇ ਆਪਣੇ ਕੋਲੇ ਆਊਗਾ 0 ਕਦੋਂ ਜਦੋਂ x ਐਕਸਿਸ ਨੂੰ x ਐਕਸਿਸ ਉੱਪਰ ਆਊ ਪੁਆਇੰਟ ਤੇ ਆਰਗੂਮੈਂਟ ਆਫ z2 ਕਿੰਨਾ ਆਊਗਾ ਇੱਥੇ π/2 ਇਹ ਜਨਰਲ ਰਿਜ਼ਲਟਸ ਨੇ ਆਪਾਂ ਡਾਇਰੈਕਟ ਯਾਦ ਕਰ ਸਕਦੇ ਹਾਂ ਆਰਗੂਮੈਂਟ ਆਫ z2 ਕਦੋਂ ਜਦੋਂ ਇਹ y ਐਕਸਿਸ ਦੇ ਉੱਪਰ ਪੁਆਇੰਟ ਲਾਈ ਕਰੂਗਾ ਉਹਦਾ ਆਪਣੇ ਕੋਲ ਆਰਗੂਮੈਂਟ ਕਿੰਨਾ ਆਊਗਾ π/2 ਆਊਗਾ ਉਸ ਤੋਂ ਬਾਅਦ ਕੋਈ z3 ਲੈ ਲੈਣੇ ਆਪਾਂ ਜਿਸ ਦੇ ਪੁਆਇੰਟਸ ਨੇ -a, 0 ਇੱਥੇ a ਆਪਣੇ ਕੋਲੇ ਕੀ ਆ ਨੈਗੇਟਿਵ ਤਾਂ ਆਰਗੂਮੈਂਟ ਆਫ z3 ਆਪਣੇ ਕੋਲੇ ਕੀ ਆਊਗਾ π ਚਾਹੇ ਇਹਨੂੰ ਕੱਢ ਲਓ ਚਾਹੇ ਇਹਨੂੰ ਡਾਇਰੈਕਟ ਯਾਦ ਕਰ ਲਓ ਇਹਨਾਂ ਰਿਜ਼ਲਟਸ ਨੂੰ ਉਸ ਤੋਂ ਬਾਅਦ ਆਪਣੇ ਕੋਲੇ ਕੋਈ ਪੁਆਇੰਟ ਹੈ z4 ਜਿਹਦੇ ਪੁਆਇੰਟਸ ਨੇ ਕੋਆਰਡੀਨੇਟਸ ਨੇ 0, -b
ਤਾਂ ਇਸ ਦਾ ਆਰਗੂਮੈਂਟ ਕੀ ਆਊਗਾ, ਆਰਗੂਮੈਂਟ ਆਫ Z4 ਆਪਣੇ ਕੋਲ ਆਊਗਾ ਮਾਈਨਸ ਦਾ ਪਾਈ ਬਾਈ 2। ਇਹ ਚਾਰੋਂ ਵੀ ਕੀ ਆ, ਜਨਰਲਾਈਜ਼ਡ ਰਿਜ਼ਲਟ ਨੇ ਕਿਸ ਦੇ, ਇਸ ਆਪਣੇ ਕੋਲ ਰਿਜ਼ਲਟ ਨੇ। ਤਾਂ ਬੈਟਰ ਹੈ ਕਿ ਆਪਾਂ ਇਸੇ ਨੂੰ ਯਾਦ ਕਰ ਲਈਏ, ਇਸ ਨੂੰ ਯਾਦ ਕਰਕੇ ਤਾਂ ਆਪਾਂ ਕੋਈ ਵੀ ਜਨਰਲ ਰਿਜ਼ਲਟ ਆਪਾਂ ਕੱਢ ਸਕਦੇ। ਤੇ ਹੁਣ ਆਪਣੇ ਕੋਲ ਕੁਝ ਹੋਣਗੀਆਂ ਪ੍ਰੋਪਰਟੀਜ਼, ਜਿਵੇਂ ਆਪਾਂ ਕਨਸੈਪਟ ਦੇ ਵਿੱਚ ਹੀ ਕਰਦੇ ਹੁੰਦੇ ਹਾਂ। ਤਾਂ ਪ੍ਰੋਪਰਟੀਜ਼ ਵਿੱਚੋਂ ਵੀ ਕੁਐਸਚਨ ਮੋਸਟਲੀ ਆ ਜਾਂਦੇ ਨੇ। ਤਾਂ ਪ੍ਰੋਪਰਟੀਜ਼ ਆਫ ਆਰਗੂਮੈਂਟਸ ਕੀ ਨੇ? ਪਹਿਲੀ ਪ੍ਰੋਪਰਟੀ ਆਪਣੇ ਕੋਲੇ ਕਿ ਆਰਗੂਮੈਂਟ ਆਫ Z1 Z2, ਇਹ ਕੀ ਆ ਆਪਣੇ ਕੋਲੇ ਕੀ ਹੋ ਜਾਊਗਾ, ਦੋਨੇ ਅਲੱਗ-ਅਲੱਗ ਹੋ ਜਾਣਗੇ। ਆਰਗੂਮੈਂਟ ਆਫ Z1 प्लस आर्ग्यूमेंट ऑफ Z2 हो जाएगा। सेकेंड प्रॉपर्टी की है कि आर्ग्यूमेंट ऑफ Z1 बाय Z2 की हो जाएगा अपने को आर्ग्यूमेंट ऑफ Z1 माइनस ऑफ आर्ग्यूमेंट ऑफ Z2। थर्ड प्रॉपर्टी अपने को आर्ग्यूमेंट ऑफ Z दी पावर n इज इक्वल्स टू n की अगे जो लॉग की तरह खोल जाएगा आर्ग्यूमेंट ऑफ Z। फोर्थ प्रॉपर्टी अपने को आर्ग्यूमेंट ऑफ Z प्लस आर्ग्यूमेंट ऑफ कॉन्जुगेट ऑफ Z, एक ही हो चुका दोनों 0 बन जाएंगे क्योंकि एक ही से एक दूसरे का माइनस ही इतने भी आप देख सकते हैं Z का अपने को आर्गूमेंट थीटा सी ते Z कॉन्जुगेट ऑफ Z का माइनस थीटा, तो जो दोनों का सम करांगे अपने को 0 बन जाएगा। जनरल रिजल्ट याद करने ने उन्होंने तो जिन्हें मर्जी क्वेश्चन बनाने। फिफ्थ प्रॉपर्टी अपने को आर्गूमेंट ऑफ Z माइनस ऑफ आर्गूमेंट ऑफ माइनस Z एक इसके बराबर होगा अपने को पाई। सिक्स्थ प्रॉपर्टी है आर्गूमेंट ऑफ कॉन्जुगेट ऑफ Z किसके बराबर होगा माइनस ऑफ आर्गूमेंट ऑफ Z। तो ये सारी अपने को प्रॉपर्टीज ने। तो इसते कुछ होर इंपॉर्टेंट पॉइंट्स ने जो डायरैक्ट कई बार पेपर के विच आ जाते हैं। तो वो पॉइंट्स ने, फर्स्ट पॉइंट है अपने को द डिस्टेंस बिटवीन टू कंपलैक्स नंबर्स Z1 एंड Z2 इज, अगर आप दो कंपलैक्स नंबर्स का डिस्टेंस फाइंड आउट करांगे तो किस दे बराबर होगा Z1 माइनस Z2 दे मॉडुलस के बराबर। सेकंड पॉइंट है कि अगर Z1 ते Z2 इन्हों ज्वाइन करके एक लाइन सेगमेंट बन रही है तो उसको Z1 पॉइंट Z पॉइंट जो है वो किसी M रेशो N के उपर उन्हें इंटरनली कट कर रहा है होगा, देन Z विल बी इक्वल्स टू M Z2 प्लस N Z1 ओवर M प्लस N के बराबर। नेक्स्ट है कि अगर Z1 Z नू ज्वाइन करती हुई लाइन सेगमेंट उसनू Z डिवाइड करता है एक्सटर्नली M रेशो N के उपर, तो Z किस दे बराबर होगा, तो Z बराबर होगा M Z2 माइनस ऑफ N Z1 ओवर M माइनस N। बस दोनों विच की फर्क है, इस दे विच प्लस है, इस दे विच माइनस है। इंटरनल वाली विच प्लस, एक्सटर्नल वाली विच माइनस है। नेक्स्ट पॉइंट है कि इफ Z इज द मिड पॉइंट ऑफ लाइन ज्वाइनिंग Z1 एंड Z2, तो इस बार की Z की है हो गया इंटरनल, बस M रेशो N कितना हो गया 1 1 हो गया, देन Z इसके बराबर आ जाऊगा Z1 प्लस Z2 बाय। नेक्स्ट पॉइंट है कि द जनरल इक्वेशन ऑफ अ स्ट्रेट लाइन इज अल्फा द कॉन्जुगेट Z प्लस अल्फा इनटू Z द कॉन्जुगेट प्लस C इक्वल्स टू 0 वेयर अल्फा इज नॉन जीरो एंड C इज रियल। इस क्वेश्चन किवें आंदा कि अपने पूछ लेंगे जनरल इक्वेशन ऑफ स्ट्रेट लाइन केड़ी है, चार ऑप्शन दे देंगे तो आप पहचाननी होंगी है, या इक्वेशन दे देंगे अपने पूछ लेंगे कि ये किस दी जनरल इक्वेशन। तो सिक्स पॉइंट है कि स्टैंडर्ड इक्वेशन ऑफ सर्कल इज मॉडुलस ऑफ Z बराबर R, ये अपने को लिखी है स्टैंडर्ड इक्वेशन ऑफ सर्कल। सेवेंथ क्वेश्चन है, सेवेंथ पॉइंट है कि इक्वेशन ऑफ सर्कल विद Z नॉट सेंटर आपने को लिखी है सेंटर है एंड रेडियस की है उदा R, तो इक्वेशन की होगी Z माइनस Z नॉट दा मॉडुलस बराबर R। एक ही इक्वेशन ऑफ सर्कल आ जो Z नॉट सेंटर दिता हुंदा ते रेडियस अपने को R दिता। उस तो बाद अपने को जनरल इक्वेशन ऑफ सर्कल, ये है अपने को Z इंटू Z कॉन्जुगेट प्लस अल्फा बार इंटू Z
प्लस अल्फा इंटू Z कॉन्जुगेट प्लस C इक्वल्स टू 0। जिथे अपने कोले C है वो रियल है ते अल्फा अपने कोले कंपलैक्स है। तो सर्कल दी जनरल इक्वेशन अपने कोले ए वाली है ते स्ट्रेट लाइन दी जनरल इक्वेशन अपने कोले ए वाली। उस तो बाद इंपॉर्टेंट पॉइंट है एक, इस पॉइंट विचों कई बार क्वेश्चंस भी आ चुके ने। ये पॉइंट है Z माइनस Z1 ओवर Z माइनस Z2 दा मॉडुलस K दे बराबर है, जिथे Z1 ते Z2 ये दोनों कंपलैक्स नंबर ने ते कोफिशिएंट ऑफ Z जो है वो मस्ट बी यूनिटी, वो हमेशा अपने को एक होना चाहिए। तो इतो दो टर्म्स निकल के आउंदियां ने कि अगर तो K अपने को 1 है तो K अपने को 1 नहीं है, दो पॉसिबिलिटीज होंगी। अगर तो K 1 है तो ये हमेशा इक्वेशन ऑफ स्ट्रेट लाइन होगी, अगर K 1 नहीं, 1 की जगह कोई भी होर नंबर है तो ये हमेशा अपने को इक्वेशन ऑफ सर्कल। ये डायरेक्ट क्वेश्चन कई बार आया हो, इसको याद करना। इस दे विच अगर K अपने को 1 है तो स्ट्रेट लाइन बनता, अगर अपने को K 1 तो इलावा कोई होर नंबर है तो अपने को इक्वेशन ऑफ सर्कल बनता। तो ये सारे इंपॉर्टेंट पॉइंट्स ही इसके। तो हुण आपां इंपॉर्टेंट पॉइंट्स को शोर कर लेने हैं। हुण आपां पिछे कीता सी सिस थीटा, यूलर्स थ्योरम दे विच आपां कीता सी सिस थीटा की हुंदा cos थीटा, C फॉर cos, I फॉर आयोटा, S फॉर sin। ये cos थीटा प्लस आयोटा sin थीटा दी शॉर्ट फॉर्म्स। इससे रिलेटेड कुछ रिजल्ट्स ने। पहला रिजल्ट है कि cos थीटा प्लस आयोटा sin थीटा या फिर सिस थीटा कह लो, इसकी वैल्यू 1 कदों होगी जदों थीटा अपने कोले की होगा 0 होगा, क्योंकि cos 0 कितना हुंदा 1 प्लस आयोटा इनटू sin 0 की हुंदा अपने कोले 0 हुंदा, तां सारा 0 बन गया, cos 0 की वैल्यू होगी 1। तो सिस 0 जो है अपने कोले उसकी वैल्यू कितनी हुंदी है 1। तो इसकी वैल्यू -1 कदों होगी जदों थीटा कितना होगा पाई। तो cos पाई प्लस आयोटा sin पाई, क्योंकि cos पाई की वैल्यू अपने पता -1 होंदी है, sin पाई की वैल्यू 0 होती है। तो आ सारा पार्ट आयोटा sin पाई वाला पार्ट सारा 0 बन गया ते cos पाई दा वैल्यू -1। तो जब आप सिस पाई दी गल करते हैं उसकी वैल्यू होंगी अपने कोले -1। थर्ड अपने कोले इसकी वैल्यू होंगी आयोटा। आयोटा इसकी वैल्यू कदों होंगी सिस दी जदों अपने कोले थीटा जो है वो हुंदा पाई बाय, क्योंकि cos पाई बाय 2 अपने कोले 0 हुंदा ते sin पाई बाय 2 दी वैल्यू 1 हुंदी है, 1 आयोटा दे नाल मल्टीप्लाई हो गया तो सिस पाई बाय 2 दी वैल्यू अपने कोले आ गई आयोटा। फोर्थ पॉइंट है अपने कोले माइनस आयोटा, ये वैल्यू हुंदी है जदों अपने कोले थीटा हुंदा माइनस पाई बाय। उस तो बाद है कि अगर सिस थीटा 1 इंटू सिस थीटा 2 कर दिए तो वो किस दे बराबर आऊगा, वो आऊगा सिस थीटा 1 प्लस थीटा 2 दे बराबर। अगर इसका आप प्रूफ करना है तो प्रूफ भी इसका हो जाएगा, छोटा सा प्रूफ है, वैसे अपन रिजल्ट ही याद करना। अगर किसी ने प्रूफ याद करना तो सिस थीटा 1 आप की लिखांगे e दी पावर आयोटा थीटा 1 इंटू सिस थीटा 2 आप की लिखांगे e दी पावर आयोटा थीटा 2। तो बेसिस सेम ने तो पावर्स ऐड हो जाएगी, ए बन जाऊगा आयोटा इंटू थीटा 1 प्लस थीटा 2, ये किस दे बराबर आ जाऊगा सिस थीटा 1 प्लस थीटा 2। उमें अपने को एक होर रिजल्ट है कि अगर 1 बाय सिस थीटा करांगे तो किस दे इक्वल आ जाऊगा सिस माइनस थीटा। ठीक है, अगर आप सिस थीटा 1 बाय सिस थीटा 2 करांगे तो किस दे इक्वल आऊगा सिस थीटा 1 माइनस थीटा 2। अगर आप सिस थीटा प्लस 1 बाय सिस थीटा करांगे तो किस दे इक्वल आऊगा 2 cos थीटा। इस दे बराबर नहीं होगा, 2 cos थीटा के बराबर होगा। चाहे तो प्रूफ कर लो, छोटा जी प्रूफ है। सिस थीटा है तो सिस थीटा नु आपां की लिख देंगे cos थीटा प्लस आयोटा sin थीटा ते 1 बाय सिस थीटा नु आपां सिस माइनस थीटा लिख देंगे, उसमें खोल देंगे तो वो बन जाएगा अपने को cos ऑफ माइनस थीटा प्लस आयोटा sin ऑफ माइनस थीटा। ये बन गया अपने को cos थीटा प्लस आयोटा sin थीटा। ये आ जाऊगा अपने को cos थीटा ही, क्योंकि cos माइनस थीटा हमेशा cos थीटा के बराबर ही होंगे, प्लस sin माइनस थीटा sin थीटा के बराबर नहीं होंगे, माइनस sin थीटा के बराबर। तो ये आ गया आयोटा sin थीटा, ये दोनों कैंसिल हो गए तो ये आ गया अपने को 2
cos थीटा ਤੇ ਇਹ ਇੰਪੋਰਟੈਂਟ ਰਿਜ਼ਲਟ ਸੀ ਜੋ ਆਪਾਂ ਯਾਦ ਕਰ। ਹੁਣ ਆਪਾਂ ਇਸ ਦੇ ਰਿਲੇਟਡ ਥੋੜੇ ਕੁਐਸਚਨਸ ਕਰ ਲੈਣੇ ਆ। ਹਾਂਜੀ, ਤਾਂ ਫਸਟ ਕੁਐਸਚਨ ਹੈ ਫॉर ਐਨੀ ਕੰਪਲੈਕਸ ਨੰਬਰ z ਆਰਗੂਮੈਂਟ ਆਫ z ਪਲਸ ਆਰਗੂਮੈਂਟ ਆਫ ਕੰਜੂਗੇਟ ਆਫ z ਇਨ ਜਨਰਲ ਇਜ਼ ਇਕੁਅਲ ਟੂ, ਪਹਿਲਾਂ ਆਰਗੂਮੈਂਟ ਆਫ z ਤੇ ਆਰਗੂਮੈਂਟ ਆਫ ਕੰਜੂਗੇਟ z ਦਾ ਪਤਾ ਕਰ ਲਈਏ, ਉਸ ਤੋਂ ਬਾਅਦ ਆਪਾਂ ਇਸ ਦਾ ਜਨਰਲ ਵੇ ਕੱਢ ਲਾਂਗੇ। ਹਾਂਜੀ, ਤਾਂ ਆਰਗੂਮੈਂਟ ਆਫ z ਕੀ ਹੁੰਦਾ ਆ ਆਪਣੇ ਕੋਲੇ ਪਾਈ ਤੇ ਆਰਗੂਮੈਂਟ ਆਫ ਕੰਜੂਗੇਟ ਆਫ z ਕੀ ਹੁੰਦਾ ਆਪਣੇ ਕੋਲੇ ਮਾਈਨਸ ਦਾ ਪਾਈ। ਜਨਰਲ ਵੇ ਦੀ ਗੱਲ ਕਰਦੇ ਹਾਂ, ਠੀਕ ਹੈ। ਤਾਂ ਜਨਰਲ ਵੈਲਿਊ ਆਰਗੂਮੈਂਟ ਆਫ z ਪਲਸ ਆਰਗੂਮੈਂਟ ਆਫ ਕੰਜੂਗੇਟ ਆਫ z ਉਹ ਕਿੰਨਾ ਹੋਊਗਾ ਆਪਣੇ ਕੋਲੇ 0 ਪਲਸ ਮਾਈਨਸ 2n ਪਾਈ। ਠੀਕ ਹੈ, ਇਹਨੂੰ ਕਿਵੇਂ ਲਿਖ ਸਕਦੇ ਹਾਂ ਕਿ ਮਾਈਨਸ ਦਾ 2n ਪਾਈ ਫਿਰ 0 ਫਿਰ 2n ਪਾਈ ਫਿਰ 4n ਪਾਈ ਅਪ ਟੂ ਇਸ ਦਿਨ ਵੀ ਇਨਫਿਨਿਟੀ ਵੱਲ ਜਾਣਗੇ ਤੇ ਇੱਧਰ ਵੀ ਮਾਈਨਸ 2n ਪਾਈ ਮਾਈਨਸ 4n ਪਾਈ ਮਾਈਨਸ 6n ਪਾਈ ਇੱਧਰ ਵੀ ਕੀ ਹੋਣਗੇ ਆਪਣੇ ਕੋਲੇ ਇਨਫਿਨਿਟੀ ਤੱਕ ਜਾਣਗੇ। ਤਾਂ ਇਸ ਦਾ ਆਨਸਰ ਕੀ ਹੋਊਗਾ ਜਨਰਲ ਵੇ ਵਿੱਚ ਜਿਹੜਾ ਆਪਣੇ ਕੋਲੇ ਮੈਚ ਕਰੀ ਜਾਂਦਾ 2n ਪਾਈ, ਤਾਂ ਇਸ ਦਾ ਆਪਸ਼ਨ ਆਊਗਾ ਸੀ। ਹਾਂਜੀ, ਕੁਐਸਚਨ ਹੈ ਆਪਣੇ ਕੋਲ ਇਫ z is complex number then z plus 1 equals to under root 3 into modulus of z minus 1 ਕੀ ਰਿਪਰੈਜ਼ੈਂਟ ਕਰਦਾ ਸਟ੍ਰੇਟ ਲਾਈਨ ਸਰਕਲ ਐਲਿਪਸ ਜਾਂ ਹਾਈਪਰਬੋਲਾ। ਤਾਂ ਆਪਾਂ ਇੱਥੇ ਕੀ ਕਰਾਂਗੇ, ਆਪਾਂ ਨੂੰ ਦਿੱਤਾ ਹੋਇਆ ਹੈ z plus 1 ਦਾ ਮੋਡੂਲਸ is equals to under root 3 into z minus 1 ਦਾ ਮੋਡੂਲਸ। ਆਪਾਂ ਇੱਧਰ ਕੀ ਕਰਾਂਗੇ z plus 1 ਦਾ ਮੋਡੂਲਸ ਅਪੋਨ ਆਹ ਵਾਲਾ z minus 1 ਦਾ ਮੋਡੂਲਸ ਜੋ ਹੈ ਜੋ ਇਹਨੂੰ ਇਕੁਅਲ ਟੂ ਤੇ ਦੂਸਰੀ ਸਾਈਡ ਲੈ ਆਵਾਂਗੇ ਤਾਂ ਇਹ ਆਪਣੇ ਕੋਲੇ ਕੀ ਬਣ ਗਿਆ z minus 1 ਦਾ ਮੋਡੂਲਸ ਇਕੁਅਲਸ ਟੂ ਅੰਡਰ ਰੂਟ 3। ਮੈਂ ਆਪਾਂ ਇੱਥੇ ਇੱਕ ਰਿਜ਼ਲਟ ਯਾਦ ਕੀਤਾ ਸੀ ਕਿ ਅਗਰ z plus 1 ਓਵਰ z minus 1 ਅਗਰ ਤਾਂ 1 ਹੋਵੇ ਤਾਂ ਫਿਰ ਇੱਥੇ ਬਣਦਾ ਆਪਣੇ ਕੋਲੇ ਸਟ੍ਰੇਟ ਲਾਈਨ, ਪਰ ਇੱਥੇ 1 ਨਹੀਂ ਹੈਗਾ, ਨਾਟ ਇਕੁਅਲ ਟੂ 1 ਅੰਡਰ ਰੂਟ 3 ਆ, ਤੇ ਇਸ ਕਰਕੇ ਕਿਸ ਦੀ ਇਕੁਏਸ਼ਨ ਬਣੂਗੀ, ਇਹ ਇੱਕ ਸਰਕਲ ਦੀ ਇਕੁਏਸ਼ਨ ਬਣੂਗੀ। ਤੇ ਇਸ ਕਰਕੇ ਇਸ ਦਾ ਆਨਸਰ ਕੀ ਆਇਆ B ਔਰ ਸਰਕਲ।